मेरी साध संगत जीओ, आप जीओ धन गुरु नानक पातशाह महाराज जी के प्रकाश दिहाड़े नूं समर्पित जो अज दा दिन चुनिया है प्रबंधक वीरां ने, नगर निवासी संगतां ने, सो आपां सारिआं जिहड़िआं ने गुरु नानक पातशाह महाराज दीआं अपार खुशियां दे पात्र बनना है। सो पातशाह दीआं खुशियां दे पात्र आपां तां ही बन सकते हैं जे आपां बैठ के सत संगत दीआं घड़ियां दा आनंद भी माण लईए तां। सो मैं बेनती आपां मेला देखण वास्ते नहीं आए, एक बेनती प्रवान करियो जे आपां सत संगत करके कुछ लाहा भी प्राप्त करना है। जिवें साडीआं सत्कारयोग मावां भैणां बच्चियां बैठियां ने, इस तरह वीरां नूं भी बेनती है कि इधर देखो 4-5 वीर बैठे ने, बाकी सब इधर उधर खड़े ने। सो अपनी कीती हुई सेवा तां प्रवान है, तां सफल होनी है जे सत संगत करके कुछ प्राप्त कर लिया तां। ते नहीं तो एक पागल बंदा हुंदा वो सवेर तो लैके शामां तक घूमदा फिरदा, उहदा किसी अर्थ नहीं हुंदा। 20 किलोमीटर इधर नूं चले जांदा, 20 किलोमीटर ऐ नूं चले जांदा। भैणो ध्यान दिओ जी, असल दे विच नगर कीर्तनां दे विच आपां कल्ला जिवें इत्थों जूस पी लिया, कितों फल खा लए ने, कितों पकौड़े खा लए, आपां इत्थों तक सीमित रह गए हाँ। पर कुछ सिੱਖਣ ਦੀ ਜਿਹੜੀ आदत सी वो साडे सिख परिवारां ने अपने जीवन विच धारण नहीं कीती। मैं फिर बेनती करा नौजवान वीरां नूं, अपने बजुर्गां नूं कि जूस पी के कृपा करके कितना सोहना प्रबंध किया पिंड वासियां ने, संगतां ने, कि तुहानूं जूस पिया रहे ने, किते पकौड़े खवा रहे ने, किते चाह दा लंगर, ते पी के आपां बैठिए गुरु दी गोद विच। तुहाडी जगह अपने कोले पहुंच चुकिया है, उहदा पासों आपां गौरव ते हासिल
ढोल तुझ सुनाई हर हरे हरे नानक नाम अमोल सतनाम श्री वाहिगुरु जी। गुरु नानक आया कल तारन गुरु नानक आया नानक आया नानक आया नानक आया गुरु नानक आया कल तारन गुरु नानक आया कल तारन गुरु नानक आया। सुनी पुकार दातार प्रभ गुरु नानक जग माहे पठाया चरण तो रहरास कर नामृत सिखा बुलाया कल तारन गुरु नानक आया कल तारन गुरु नानक आया। पाहर ब्रह्म पूरन ब्रह्म कल जुग अंदर एक दिखाया चारे पार धर्म दे वरन एक वरन कराया कल तारन गुरु नानक आया कल तारन गुरु नानक आया।
ਬਰਾਬਰੀ ਭੈਰੀ ਭਵਨਾ ਜਗ ਵਰਤਾਇਆ ਉਲਟਾ ਖੇਲ ਪੈਰਾਂ ਦਾ ਪੈਰਾਂ ਉੱਪਰ ਸੀਸ ਨਵਾਇਆ ਕੱਲ ਤਾਰਨ ਗੁਰੂ ਨਾਨਕ ਆਇਆ ਕੱਲ ਤਾਰਨ ਗੁਰੂ ਨਾਨਕ ਆਇਆ ਕਲ ਜਗ ਬਹਾਵੇ ਤਾਰਿਆ ਪੜ ਮੰਤਰ ਸੁਣਾਇਆ 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 ਕਲ ਜੁਗ ਬਾਬੇ ਤਾਰਿਆ ਸਤਨਾਮ ਪੜੇ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਨਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਤਿਗੁਰੂ ਕੇਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ 'ਚ ਸੁਭਾਈਮਾਨ ਹੋ ਕੇ ਜਗਤ ਗੁਰੂ ਸੰਸਾਰ ਦੇ ਸਾਂਝੇ ਗੁਰੂ ਸਾਰੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਬੰਦਿਆਂ ਵਾਲਾ ਜੂਸ ਨੂੰ ਵੀ ਕਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਕੇ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਨਮਾਨਯੋਗ ਸੰਗਤ ਦੇ ਭਾਈ ਭਾਈ ਸਾਹਿਬ ਸੰਗਤ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾ ਰਹੇ ਹੋ ਸੋ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੂਜੀ ਬੇਨਤੀ ਮੈਂ ਕਰਾਂਗਾ ਸਨਮਾਨਯੋਗ ਸੰਗਤ ਦੇ ਚਰਨਾਂ 'ਚ ਕਿ ਵਰਤਾਵੇ ਵੀਰ ਜੋ ਵੀ ਜਲ ਪਾਣੀ ਵਰਤਾ ਰਹੇ ਹੋ ਬਹੁਤ ਸਿਆਣੇ ਹੋ ਤੁਹਾਡੇ ਤੱਕ ਆਪ ਪਹੁੰਚ ਜਾਣਗੇ। ਤੁਸੀਂ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਿਓ। ਆਪਾਂ ਬਾਹ ਉੱਚੀ ਕਰਨ ਦੀ ਬਜਾਏ ਵਰਤਾਵੇ ਨੂੰ ਬਾਹ ਨੀਵੀਂ ਕਰਨ ਦਈਏ। ਗੁਰੂ ਨਾਨਕ ਦਾ ਘਰ ਇੱਥੇ ਭੰਡਾਰੇ ਖੁੱਲੇ ਨੇ, ਮੁੱਕ ਨਹੀਂ ਕੁਝ ਚੱਲਿਆ, ਖਤਮ ਕੁਝ ਨਹੀਂ ਹੋ ਚੱਲਿਆ। ਤੁਹਾਡੇ ਤੱਕ ਜੋ ਵੀ ਉਹਨਾਂ ਨੇ ਤਿਆਰ ਕੀਤਾ ਪਹੁੰਚੇਗਾ ਜ਼ਰੂਰ। ਮੇਰੀ ਬੇਨਤੀ ਬਸ ਇੰਨੀ ਹੈ ਕਿ ਨੌਜਵਾਨ ਵੀਰ ਬੜੀ ਚੜ੍ਹਦੀ ਕਲਾ ਦੇ ਨਾਲ, ਉਤਸ਼ਾਹ ਦੇ ਨਾਲ, ਭਰੋਸੇ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੀ ਸੇਵਾ ਕਰ ਰਹੇ ਨੇ। ਸੇਵਾ ਕਰਨੀ ਗੁਰੂ ਨਾਨਕ ਦੇ ਘਰ ਦੇ ਵਿੱਚ ਬੜੀ ਵੱਡੀ ਮਹਾਨਤਾ ਖੋਂਦੀ ਹੈ ਤੇ ਜਿਨ੍ਹਾਂ ਨੇ ਸੇਵਾ ਸੱਚੇ ਮਨੋਂ ਕੀਤੀ ਹੈ, ਜਿਨ੍ਹਾਂ ਨੇ ਸੇਵਾ ਪਿਆਰ ਨਾਲ ਕੀਤੀ ਹੈ, ਭਰੋਸੇ ਨਾਲ ਕੀਤੀ ਹੈ, ਉਹਨਾਂ ਲੋਕਾਂ ਨੂੰ ਕਮੀ ਕਿਸੇ ਚੀਜ਼ ਦੀ ਨਹੀਂ ਰਹੀ। ਜਿਨ੍ਹਾਂ ਮੇਰੇ ਵਰਗਿਆਂ ਨੇ ਸੇਵਾ ਕਰਦਿਆਂ ਆਪਣੀ ਹਉਮੈ ਨੂੰ ਅੱਗੇ ਰੱਖਣਾ, ਆਪਣੀ ਹੰਕਾਰ ਨੂੰ ਪੱਠੇ ਪਾਈ ਜਾਣੇ 24 ਘੰਟੇ, ਉਹਨਾਂ ਦੀ ਸੇਵਾ ਭਾਵੇਂ ਕਰੋੜਾਂ ਰੁਪਈਆਂ ਦੀ ਵੀ ਹੋ ਜਾਵੇ, ਲੋਕੀ ਹੰਕਾਰ ਦੀ ਬੂ ਕਹਿੰਦੇ ਨੇ, ਵਿੱਚੋਂ ਬੂ ਆਉਂਦੀ ਆ ਹੰਕਾਰ ਦੀ। ਬੰਦੇ ਦਾ ਮਨ ਸਾਫ਼ ਹੋਵੇ, ਬੰਦੇ ਦੀ ਆਤਮਾ ਸ਼ੁੱਧ ਹੋਵੇ, ਉਹ ਲੱਖਾਂ ਰੁਪਏ ਨਹੀਂ ਲਾਉਂਦਾ, ਉਹ 5 7 10 50 ਰੁਪਏ ਵੀ ਸੇਵਾ ਖਾਤਰ ਲਾ ਦੇਵੇ, ਲੋਕੀ ਕਹਿੰਦੇ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਕੇ ਗਿਆ।
ਤੁਸੀਂ ਜਿੰਨੇ ਵੀ ਬੈਠੇ ਹੋ ਜਾਂ ਜਿੰਨੇ ਵੀ ਵੀਰ ਸੇਵਾਵਾਂ ਕਰ ਰਹੇ ਨੇ, ਤੁਸੀਂ ਸਾਰੇ ਹੀ ਧੰਨ ਹੋ, ਸਾਡੇ ਨੂੰ ਸਾਰੇ ਹੀ ਮਹਾਨ ਹੋ, ਕਿਉਂਕਿ ਤੁਸੀਂ ਗੁਰੂ ਦੀ ਸੇਵਾ ਕਰਨੀ ਹੈ, ਤੁਸੀਂ ਗੁਰੂ ਦੀ ਕੀਰਤੀ ਕਰਨੀ ਹੈ, ਤੁਸੀਂ ਗੁਰੂ ਦਾ ਜਸ ਸਰਵਣ ਕਰਨਾ ਹੈ। ਸਤਿਗੁਰਾਂ ਦੀ ਬਾਣੀ ਦਾ ਇੱਕ ਸ਼ਬਦ ਹੈ, ਕਹਿਤੇ ਪਵਿੱਤ ਸੁਣਤੇ ਪੁਨੀਤ। ਗੱਲ ਬੜੀ ਮਹਿੰਗੀ ਆ, ਕਹਿ ਕੇ ਨਿਕਲ ਜਾਈਏ ਤੇ ਭਾਵੇਂ 100 ਵਾਰੀ ਨਿਕਲ ਜਾਈਏ, ਕਹਿਤੇ ਪਵਿੱਤ ਸੁਣਤੇ ਪੁਨੀਤ। ਇਹਦਾ ਮਤਲਬ ਇਹ ਆ ਕਿ ਜਿਹੜੇ ਰੱਬ ਦੀ ਗੱਲ ਕਰਨ ਵਾਲੇ ਨੇ ਉਹ ਪਵਿੱਤਰ ਨੇ, ਤੇ ਜਿਹੜੇ ਰੱਬ ਦੀ ਗੱਲ ਸੁਣਨ ਵਾਲੇ ਨੇ ਉਹ ਪੁਨੀਤ ਨੇ। ਅਸੀਂ ਸਟੇਜ ਤੇ ਭਾਵੇਂ 4 ਘੰਟੇ ਖਲੋਤੇ ਰਹੀਏ, ਢੋਲਕੀਆਂ ਛਾਣੇ 4 ਘੰਟੇ ਵੱਜਦੇ ਰਹਿਣ, ਅਸੀਂ ਪਵਿੱਤਰ ਹੋ ਜਾਵਾਂਗੇ, ਹੋਰ ਕੁਝ ਨਹੀਂ। ਪਰ ਜਿਨ੍ਹਾਂ ਨੇ ਰੱਬ ਦੀ ਗੱਲ ਸੁਣਨੀ ਆ, ਉਹ ਭਾਵੇਂ 5 ਮਿੰਟ ਸੁਣ ਲੈਣ, ਉਹ ਭਾਵੇਂ 10 ਮਿੰਟ ਸੁਣ ਲੈਣ, ਤੁਸੀਂ ਪੁਨੀਤ ਹੋ ਜਾਓਗੇ। ਫਿਰ ਤੁਹਾਡੇ ਦਿਮਾਗ 'ਚ ਦੂਜਾ ਪ੍ਰਸ਼ਨ ਉੱਠੂਗਾ ਵੀ ਪਵਿੱਤਰ ਤੇ ਪੁਨੀਤ 'ਚ ਡਿਫਰੈਂਸ ਕੀ ਆ? ਵੀ ਰੱਬ ਦੀ ਗੱਲ ਕਰਨ ਵਾਲੇ ਪਵਿੱਤਰ ਹੋ ਗਏ ਤੇ ਰੱਬ ਦੀ ਗੱਲ ਸੁਣਨ ਵਾਲੇ ਪੁਨੀਤ ਹੋ ਗਏ। ਫਿਰ ਪਵਿੱਤਰ ਤੇ ਪੁਨੀਤ ਵਿੱਚ ਕੋਈ ਨਾ ਕੋਈ ਫਰਕ ਤੇ ਹੋਊਗਾ ਹੀ ਨਾ। ਤੁਹਾਨੂੰ ਵੱਖਰੇ ਕਰ ਦਿੱਤਾ ਮਹਾਰਾਜ ਨੇ। ਤੁਹਾਡੇ 'ਚ ਕੀ ਫਰਕ ਆ ਸਾਡੇ ਨਾਲੋਂ? ਇਹਦਾ ਜਵਾਬ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਪਾਤਸ਼ਾਹ ਕਹਿੰਦੇ ਨੇ ਪਵਿੱਤਰ 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 ਪੁਨੀਤ। ਕਿਸੇ ਬੰਦੇ ਨੂੰ 3 ਵਾਰੀ ਪਵਿੱਤਰ ਆਖੀਏ ਤੇ 1 ਪੁਨੀਤ ਬਣਦਾ ਹੈ। ਗੱਲ ਸਾਫ਼ ਆ, ਜੇ ਅਸੀਂ ਪਵਿੱਤਰ ਆ, ਤੁਸੀਂ ਪੁਨੀਤ ਜੇ, ਸਾਡੇ ਨਾਲੋਂ 3 ਗੁਣਾ ਪਾਵਰ ਲੈ ਕੇ ਤੁਸੀਂ ਗੁਰੂ ਕੀ ਸੰਗਤ ਵਿੱਚ ਬੈਠੇ ਜੇ, ਤੁਹਾਡੇ ਨਾਲੋਂ 3 ਗੁਣਾ ਸ਼ਕਤੀ ਲੈ ਕੇ ਤੁਸੀਂ ਵੱਧ ਗੁਰੂ ਦੇ ਦਰਬਾਰ ਅੰਦਰ ਬੈਠੇ ਹੋ। ਆਪ ਗੁਰੂ ਕੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਬੜੀ ਚੜ੍ਹਦੀ ਕਲਾ ਦੇ ਨਾਲ 5 ਪਿਆਰਿਆਂ ਦੀ ਰਹਿਨੁਮਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ, ਜੋ ਸਿੱਖੀ ਦਾ ਅਸੂਲ ਹੈ, ਸਿੱਖੀ ਦਾ ਸਿਧਾਂਤ ਹੈ। ਨਗਰ ਕੀਰਤਨ ਵਿੱਚ ਅੱਗੇ ਅੱਗੇ 5 ਪਿਆਰੇ ਸਹਿਬਾਨ ਅਗਵਾਈ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੁੰਦੀ ਏ, ਫਿਰ ਮਗਰ ਆਉਂਦੀ ਹੋਈ ਸੰਗਤ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਦਾ ਸ਼ਬਦ ਸੁਣਦੀ ਏ, ਗੁਰੂ ਦਾ ਜਸ ਕਰਦੀ ਏ। ਮੈਂ ਇੱਕ ਚੀਜ਼ ਦਾ ਥੋੜਾ ਜਿਹਾ ਟਪਲਾ ਖਾ ਗਿਆ ਕਿ ਜਿਹੜੇ ਗੁਰੂ ਦੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਤੁਸੀਂ ਉਹਨਾਂ ਵਿਚਾਰਿਆਂ ਨੂੰ ਸਭ ਤੋਂ ਮਗਰਲੇ ਬੰਨੇ ਲਾ ਦਿੱਤਾ, ਸਪੀਕਰ ਵੀ ਉਹਨਾਂ ਦੇ ਪਛਾਣ ਨੂੰ ਬੰਨ ਦਿੱਤੇ ਤੇ ਨਾਲ ਜਨਰੇਟਰ ਬੰਨ ਦਿੱਤਾ ਵੀ ਤੁਹਾਡਾ ਪਤਾ ਵੀ ਕਿਸੇ ਨੂੰ ਨਾ ਲੱਗੇ, ਛੇਤੀ ਕੀਤਿਆ। ਅਗਲੇ ਬੰਨੇ ਡੀਜੇ ਵੱਜੀ ਜਾਂਦਾ ਹੈ। ਮੈਂ ਹੈਰਾਨ ਹੋ ਗਿਆ ਵੀ ਉਹ ਵਿਚਾਰੇ ਕਰਨ ਤੇ ਕਰਨ ਕੀ। ਸਾਡੇ ਨਾਲ ਕਈ ਵਾਰੀ ਸਟੇਜਾਂ ਤੇ ਹੋ ਜਾਂਦਾ, ਜਿੰਨਾ ਚਿਰ ਬੋਲਣ ਵਾਲੇ ਬੁਲਾਰੇ ਨੂੰ ਸ਼ਾਂਤੀ ਪੱਲੇ ਕੁਝ ਨਹੀਂ ਪਾ ਸਕੇਗਾ, ਕਿਉਂਕਿ ਉਹਨੂੰ ਇੱਕ ਮਾਹੌਲ ਕ੍ਰੀਏਟ ਕਰਨਾ ਪੈਂਦਾ। ਹੁਣ ਕਿੱਡਾ ਸੋਹਣਾ ਮਾਹੌਲ ਬਣਿਆ। ਮੈਂ ਬੋਲਾਂ ਤੇ ਭਾਵੇਂ 6 ਘੰਟੇ ਬੋਲ ਜਾਵਾਂ, ਭਾਵੇਂ 2 ਘੰਟੇ ਬੋਲ ਜਾਵਾਂ, ਮੈਨੂੰ ਇੱਕ ਮਾਹੌਲ ਤੁਸੀਂ ਬਣਾ ਕੇ ਦੇ ਦਿੱਤਾ ਏ। ਗੁਰੂ ਦਾ ਜਸ ਆਪਾਂ ਬਹਿ ਕੇ ਕਰ ਲੈਣਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਹੋਣਾ ਪਿੱਛੇ ਹੋ ਜਾਵੇ। ਸੰਗਤ ਸ਼ਬਦ ਸੁਣਨ ਵਾਸਤੇ ਘਰੋਂ ਆਈਏ, ਨਾ ਕਿ ਬੱਬੂ ਮਾਨ ਦੇ ਗੀਤ ਸੁਣਨ ਵਾਸਤੇ ਘਰੋਂ ਆਈ ਹੋਈਏ। ਸੋ ਸਾਰੇ ਸਨਮਾਨਯੋਗ ਸੂਝਵਾਨ